ਸਤਨਾਮ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਈ, ਆਖਿਆ ਭਉ ਅਪਾਰ। ਆਖੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੀ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹਿ ਕੀ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਚੌਥੀ ਪੌੜੀ ਤੋਂ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਤੀਜੀ ਪੌੜੀ ਦਾ ਅੰਤ ਨਾਨਕ ਵਿਗਸੈ ਵੇ ਪਰਵਾਹ ਨਾਲ ਕੀਤਾ ਸੀ। ਚੌਥੀ ਪੌੜੀ ਵਿੱਚ ਆਪ ਉਸ ਬੇਪਰਵਾਹ ਪ੍ਰਭੂ ਦੀ ਉਪਮਾ ਕਰਦੇ ਹੋਏ ਕਹਿੰਦੇ ਹਨ, ਉਹ ਪ੍ਰਭੂ ਸੱਚਾ ਹੈ। ਉਹ ਆਪਣੀ ਸਿਰਜੀ ਹੋਈ ਰਚਨਾ ਦਾ ਸੁਆਮੀ ਹੈ। ਉਹਦਾ ਨਾਮ ਸੱਚਾ ਹੈ। ਉਸ ਦਾ ਪ੍ਰੇਮ ਪੂਰਵਕ ਵਰਣਨ ਕੀਤਾ ਜਾਂਦਾ ਹੈ। ਅਸੀਂ ਸਦਾ ਉਸ ਦੇ ਮੰਗਤੇ ਰਹਿੰਦੇ ਹਾਂ ਕਿ ਸਾਨੂੰ ਦੇ ਦੇ। ਉਹ ਦਾਤਾ ਸਾਨੂੰ ਦਾਤਾ ਦੇਈ ਜਾਂਦਾ ਹੈ। ਉਸ ਦੇ ਅੱਗੇ ਕੀ ਧਰੀਏ ਤਾਂ ਜੋ ਉਸ ਦਾ ਦਰਬਾਰ ਦਿਸ ਪਵੇ, ਅਤੇ ਜੇ ਉਹਦੇ ਦਰਬਾਰ ਵਿੱਚ ਪਹੁੰਚ ਜਾਈਏ ਤਾਂ ਮੂੰਹੋਂ ਕਿਸ ਤਰ੍ਹਾਂ ਦੇ ਬੋਲ ਬੋਲੀਏ, ਜਿਨ੍ਹਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ। ਆਪ ਜਵਾਬ ਦਿੰਦੇ ਹਨ ਕਿ ਅੰਮ੍ਰਿਤ ਵੇਲੇ ਸੱਚੇ ਨਾਮ ਦਾ ਜਾਪ ਕਰੋ। ਉਹਦੀ ਦਇਆ ਨਾਲ ਹੀ ਮਨੁੱਖਾ ਸਰੀਰ ਮਿਲਿਆ ਹੈ। ਉਹਦੀ ਰਹਿਮਤ ਨਾਲ ਹੀ ਮੁਕਤੀ ਦੇ ਦਰਵਾਜ਼ੇ ਉੱਤੇ ਪਹੁੰਚਾਂਗੇ। ਫਿਰ ਇਉਂ ਭਾਸੇਗਾ ਕਿ ਜੋ ਕੁਝ ਹੈ ਸਭ ਉਹ ਸੱਚਾ ਪ੍ਰਭੂ ਹੀ ਹੈ। ਸਾਚਾ ਸਾਹਿਬ ਸਾਚ ਨਾਈ, ਭਾਖਿਆ ਭਉ ਅਪਾਰ। ਆਖੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਸ਼ਬਦਾਰਥ ਸਾਚਾ ਯਾਨੀ ਸਦਾ ਸਥਿਰ ਰਹਿਣ ਵਾਲਾ, ਨਾਏ ਯਾਨੀ ਨਿਆਏ, ਭਾਖਿਆ ਯਾਨੀ ਬੋਲੀ, ਭਾਉ ਯਾਨੀ ਪ੍ਰੇਮ, ਅਪਾਰ ਯਾਨੀ ਬੇਅੰਤ। ਤਾਤਪਰਯ ਇਹ ਹੈ, ਅਕਾਲ ਪੁਰਖ ਸਦਾ ਸਥਿਰ ਰਹਿਣ ਵਾਲਾ ਹੈ। ਉਸ ਦਾ ਇਨਸਾਫ ਵੀ ਅਟਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਅਕਾਲ ਪੁਰਖ ਬੇਅੰਤ ਹੈ। ਜੀਵ ਉਸ ਪਾਸੋਂ ਦਾਤਾਂ ਮੰਗਦੇ ਹਨ ਤੇ ਆਖਦੇ ਹਨ, ਹੇ ਪ੍ਰਭੂ ਸਾਨੂੰ ਦਾਤਾਂ ਦੇ। ਉਹ ਦਾਤਾਰ ਪ੍ਰਭੂ ਬਖਸ਼ਿਸ਼ਾਂ ਕਰਦਾ ਹੈ। ਫੇਰ ਕੀ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੂੰਹੋਂ ਕੀ ਬੋਲਣ ਬੋਲੀਐ,
ਜਿਤ ਸੁਣ ਤਰੇ ਪਿਆਰ। ਸ਼ਬਦਾਰਥ ਫੇਰ ਯਾਨੀ ਫਿਰ, ਕੀ ਯਾਨੀ ਕਿਹੜੀ ਭੇਟਾ, ਕੇ ਬੋਲਣ ਯਾਨੀ ਕਿਹੜਾ ਬਚਨ। ਤਾਤਪਰਯ ਇਹ ਹੈ, ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕਾ ਸਾਨੂੰ ਉਸ ਦਾ ਦਰਬਾਰ ਦਿਸ ਪਵੇ। ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ, ਭਾਉ ਕਿਹੋ ਜਿਹੀ ਅਰਦਾਸ ਕਰੀਏ, ਜਿਸ ਨੂੰ ਸੁਣ ਕੇ ਉਹ ਪ੍ਰਭੂ ਸਾਨੂੰ ਪਿਆਰ ਕਰੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਸ਼ਬਦਾਰਥ ਅੰਮ੍ਰਿਤ ਵੇਲਾ ਯਾਨੀ ਪ੍ਰਭਾਤ ਵੇਲਾ, ਕਰਮੀ ਯਾਨੀ ਪ੍ਰਭੂ ਦੀ ਮਿਹਰ ਨਾਲ, ਕਪੜਾ ਯਾਨੀ ਸਿਫਤ ਸਲਾਹ ਰੂਪੀ ਕਪੜਾ, ਮੋਖ ਯਾਨੀ ਮੁਕਤੀ, ਦੁਆਰ ਯਾਨੀ ਰੱਬ ਦਾ ਦਰ, ਸਭ ਯਾਨੀ ਸਭ ਥਾਈਂ। ਤਾਤਪਰਯ ਇਹ ਹੈ, ਪ੍ਰਭਾਤ ਵੇਲਾ ਜਿਸ ਸਮੇਂ ਪੂਰਨ ਖਿੜਾਓ ਹੁੰਦਾ ਹੈ, ਮਨੁੱਖ ਦਾ ਮਨ ਆਮ ਤੌਰ ਤੇ ਸੰਸਾਰ ਦੇ ਝਮੇਲਿਆਂ ਤੋਂ ਵਿਹਲਾ ਹੁੰਦਾ ਹੈ। ਪ੍ਰਭੂ ਦਾ ਨਾਮ ਸਿਮਰੀਏ ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਸਿਫਤ ਰੂਪ ਪਟੋਲਾ ਮਿਲਦਾ ਹੈ। ਉਸ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਕੂੜ ਦੀ ਪਾਲ ਤੋਂ ਖਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ, ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ। ਭਾਉ ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿਖ ਮਿਟ ਨਹੀਂ ਸਕਦੀ, ਕਿਉਂਕਿ ਇਹ ਸਭ ਦਾਤਾਂ ਤਾਂ ਉਸ ਪ੍ਰਭੂ ਦੀ ਦਿੱਤੀਆਂ ਹੋਈਆਂ ਹਨ। ਵਿਖ ਮਿਟਾਉਣ ਦਾ ਇੱਕੋ ਤਰੀਕਾ ਹੈ ਕਿ ਪ੍ਰੇਮ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਸਿਫਤ ਸਲਾਹ ਤੇ ਨਾਮ ਸਿਮਰਨ ਕੀਤਾ ਜਾਏ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਉਹ ਸੱਚਾ ਪਰਮੇਸ਼ਰ
ਨਾ ਕਿਸੇ ਦੁਆਰਾ ਥਾਪਿਆ ਗਿਆ ਹੈ, ਨਾ ਰਚਿਆ ਗਿਆ ਹੈ। ਮਾਇਆ ਤੋਂ ਨਿਰਲੇਪ ਉਹ ਨਿਰੰਜਨ ਆਪਣੇ ਆਪ ਤੋਂ ਆਪ ਹੈ। ਜਿਨ੍ਹਾਂ ਨੇ ਐਸੇ ਗੁਣਾਂ ਦੇ ਭੰਡਾਰ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਹੈ, ਉਹਨਾਂ ਨੂੰ ਹੀ ਉਸ ਦੀ ਪ੍ਰਾਪਤੀ ਦਾ ਸੱਚਾ ਮਾਣ ਪ੍ਰਾਪਤ ਹੋਇਆ ਹੈ। ਐ ਨਾਨਕ, ਆਓ ਉਸ ਗੁਣਾਂ ਦੇ ਭੰਡਾਰ ਦੇ ਗੁਣ ਗਾਈਏ। ਆਓ ਉਸ ਦੇ ਗੁਣ ਗਾਈਏ, ਉਸ ਦੇ ਗੁਣ ਸੁਣੀਏ ਅਤੇ ਮਨ ਵਿੱਚ ਉਸ ਦਾ ਪ੍ਰੇਮ ਧਾਰਨ ਕਰੀਏ, ਤਾਂ ਜੋ ਉਹ ਸਾਡੇ ਦੁੱਖ ਦੂਰ ਕਰਕੇ ਸਾਨੂੰ ਸੱਚੇ ਸੁੱਖ ਦੇ ਘਰ ਵਿੱਚ ਲੈ ਜਾਵੇ। ਸ਼ਬਦ ਰੂਪੀ ਨਾਦ ਦੀ ਸੋਝੀ ਗੁਰੂ ਦੁਆਰਾ ਹੁੰਦੀ ਹੈ। ਗਿਆਨ ਦੀ ਪ੍ਰਾਪਤੀ ਗੁਰੂ ਰਾਹੀਂ ਹੁੰਦੀ ਹੈ। ਉਹ ਪ੍ਰਭੂ ਗੁਰੂ ਵਿੱਚ ਸਮਾਇਆ ਹੋਇਆ ਹੈ। ਗੁਰੂ ਹੀ ਸ਼ਿਵ, ਵਿਸ਼ਨੂੰ ਤੇ ਬ੍ਰਹਮਾ ਹੈ ਅਤੇ ਗੁਰੂ ਹੀ ਪਾਰਬਤੀ, ਲక్ష్ਮੀ ਅਤੇ ਸਰਸਵਤੀ ਹੈ। ਜੇ ਮੈਨੂੰ ਗੁਰੂ ਦੀ ਵਡਿਆਈ ਦਾ ਗਿਆਨ ਹੋ ਵੀ ਜਾਵੇ ਤਾਂ ਵੀ ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ, ਕਿਉਂਕਿ ਗੁਰੂ ਦੀ ਵਡਿਆਈ ਕਰਨ ਵਿੱਚ ਨਹੀਂ ਆ ਸਕਦੀ। ਮੇਰੀ ਤਾਂ ਇਹ ਬੇਨਤੀ ਹੈ, ਹੇ ਸਤਿਗੁਰੂ, ਮੈਨੂੰ ਉਸ ਇੱਕ ਦੀ ਸੋਝੀ ਕਰਵਾ ਦਿਓ ਅਤੇ ਮੈਨੂੰ ਕਦੇ ਵੀ ਉਹ ਇੱਕ ਨਾ ਵਿਸਰੇ ਜੋ ਸਭ ਦਾ ਦਾਤਾ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸ਼ਬਦਾਰਥ: ਥਾਪਿਆ ਨਾ ਜਾਏ ਯਾਨੀ ਪੈਦਾ ਨਹੀਂ ਕੀਤਾ ਜਾ ਸਕਦਾ। ਕੀਤਾ ਨਾ ਹੋਏ ਯਾਨੀ ਬਣਾਇਆ ਨਹੀਂ ਜਾ ਸਕਦਾ। ਨਿਰੰਜਨ ਯਾਨੀ ਮਾਇਆ ਤੋਂ ਰਹਿਤ। ਤਾਤਪਰਯ ਇਹ ਹੈ, ਉਹ ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਕਿਉਂਕਿ ਉਹ ਨਿਰੋਲ ਆਪ ਹੀ ਆਪ ਹੈ। ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਸਾਡੇ ਬਣਾਇਆ ਬਣ ਸਕਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਸ਼ਬਦਾਰਥ: ਗਾਵੀਐ ਯਾਨੀ ਸਿਫਤ ਸਲਾਹ ਕਰੀਏ। ਗੁਣੀ ਨਿਧਾਨ ਯਾਨੀ ਗੁਣਾਂ ਦੇ ਖਜ਼ਾਨੇ ਨੂੰ। ਸੇਵਿਆ ਯਾਨੀ ਸਿਮਰਿਆ। ਤਾਤਪਰਯ ਇਹ ਹੈ, ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਵਡਿਆਈ ਭਾਵ ਆਦਰ ਪ੍ਰਾਪਤ ਕੀਤਾ ਹੈ। ਹੇ ਨਾਨਕ, ਆਓ ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਸਿਫਤ ਸਲਾਹ ਕਰੀਏ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਈ। ਸ਼ਬਦਾਰਥ: ਘਰ ਯਾਨੀ ਹਿਰਦੇ ਵਿੱਚ। ਦੁਖ ਪਰ ਹਰ ਯਾਨੀ ਦੁੱਖ ਨੂੰ ਦੂਰ ਕਰਕੇ। ਤਾਤਪਰਯ ਇਹ ਹੈ, ਅਕਾਲ ਪੁਰਖ ਦੇ ਗੁਣ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਸ ਤਰ੍ਹਾਂ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰਕੇ ਆਤਮਕ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਸ਼ਬਦਾਰਥ:
ਗੁਰਮੁਖ ਯਾਨੀ ਗੁਰੂ ਦੀ ਰਾਹੀ, ਨਾਦੰ ਯਾਨੀ ਸ਼ਬਦ ਨਾਮ, ਵੇਦੰ ਯਾਨੀ ਗਿਆਨ, ਈਸਰ ਯਾਨੀ ਸ਼ਿਵ, ਬ੍ਰਹਮਾ ਯਾਨੀ ਬ੍ਰਹਮਾ। ਤਾਤਪਰਯ ਇਹ ਹੈ, ਰੱਬ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਦੇ ਰਾਹੀਂ ਹੀ ਇਹ ਪ੍ਰਤੀਤ ਆਉਂਦੀ ਹੈ ਕਿ ਉਹ ਪ੍ਰਭੂ ਸਰਬ ਵਿਆਪਕ ਹੈ। ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਵਤੀ ਹੈ। ਭਾਉ ਅਸੀਂ ਈਸਰ ਗੋਰਖ ਬ੍ਰਹਮਾ ਤੇ ਪਾਰਵਤੀ ਨਹੀਂ ਮੰਨਣਾ, ਸਗੋਂ ਗੁਰੂ ਹੀ ਸਾਡੇ ਲਈ ਸਭ ਕੁਛ ਹੈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸ਼ਬਦਾਰਥ ਹੋਂ ਯਾਨੀ ਮੈਂ, ਜਾਣਾ ਯਾਨੀ ਸਮਝ ਲਵਾਂ, ਆਖਾ ਨਹੀਂ ਯਾਨੀ ਵਰਣਨ ਨਹੀਂ ਕਰ ਸਕਦਾ। ਗੁਰਾ ਹੇ ਸਤਿਗੁਰੂ, ਇੱਕ ਬੁਝਾਈ ਯਾਨੀ ਇੱਕ ਸਮਝ। ਤਾਤਪਰਯ ਇਹ ਹੈ, ਮੈਂ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਵੀ ਲਵਾਂ ਤਾਂ ਵੀ ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ। ਮੇਰੀ ਤਾਂ ਹੇ ਸਤਿਗੁਰੂ ਤੇਰੇ ਅੱਗੇ ਇਹ ਅਰਦਾਸ ਹੈ ਕਿ ਮੈਨੂੰ ਇੱਕ ਇਹ ਸਮਝ ਦੇ ਕਿ ਸਭਨਾ ਜੀਆਂ ਨੂੰ ਦਾਤਾ ਦੇਣ ਵਾਲਾ ਇੱਕ ਪ੍ਰਭੂ ਮੈਨੂੰ ਵਿਸਰ ਨਾ ਜਾਵੇ। ਭਾਉ ਆਤਮਕ ਸੁਖ ਦੇਣ ਵਾਲੀ ਬੰਦਗੀ ਦੀ ਦਾਤ ਗੁਰੂ ਪਾਸੋਂ ਹੀ ਮਿਲਦੀ ਹੈ, ਹੋਰ ਪਸਾਓ ਨਹੀਂ। ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤ ਮੰਗੀਏ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੀ ਨਾਏ ਕਰੀ। ਜੇ ਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾ ਕੀ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਪੰਜਵੀਂ ਪੌੜੀ ਵਿੱਚ ਦਰਜ ਉਪਦੇਸ਼ ਸੁਣ ਕੇ ਜਿਗਿਆਸੂ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜੇ ਪ੍ਰਭੂ ਭਗਤੀ ਅਤੇ ਗੁਰੂ ਭਗਤੀ ਵਿੱਚ ਬਾਕੀ ਸਭ ਇਸ਼ਟਾਂ ਦੀ ਭਗਤੀ ਸਮਾਨ ਹੈ, ਤਾਂ ਤੀਰਥ ਇਸ਼ਨਾਨ ਆਦਿਕ ਅਨੇਕ ਪ੍ਰਕਾਰ ਦੀ ਕਰਮਕਾਂਡੀ ਪੂਜਾ ਭਗਤੀ ਦਾ ਕੀ ਮਹੱਤਵ ਹੈ। ਗੁਰੂ ਸਾਹਿਬ 6ਵੀਂ ਪੌੜੀ ਵਿੱਚ ਸਮਝਾਉਂਦੇ ਹਨ, ਜੇ ਉਸ ਪ੍ਰਭੂ ਨੂੰ ਭਾਉਂਦਾ ਹੋਵੇ ਤਾਂ ਮੈਂ ਵੀ ਤੀਰਥਾਂ ਉੱਤੇ ਨਹਾ ਆਵਾਂ। ਜੇ ਉਸ ਨੂੰ ਨਾ ਭਾਉਂਦਾ ਹੋਵੇ ਤਾਂ ਮੈਨੂੰ ਤੀਰਥਾਂ ਉੱਤੇ ਨਹਾਉਣ ਦਾ ਕੀ ਲਾਭ ਹੋਏਗਾ। ਮੈਂ ਵੇਖਦਾ ਹਾਂ ਕਿ ਪਰਮੇਸ਼ਰ ਦੁਆਰਾ ਪੈਦਾ ਕੀਤੀ ਗਈ ਸਾਰੀ ਸ੍ਰਿਸ਼ਟੀ ਵਿੱਚ ਕਿਸੇ ਨੂੰ ਬਿਨਾਂ ਪ੍ਰਭੂ ਦੀ ਕਿਰਪਾ ਦੇ ਕੁਝ ਨਹੀਂ ਮਿਲਦਾ। ਸਾਡੀ ਬੁੱਧੀ ਵਿੱਚ ਰਤਨ ਜਵਾਹਰ ਲੁਕੇ ਪਏ ਹਨ, ਪਰ ਉਹ ਪ੍ਰਗਟ ਤਾਂ ਹੋਣਗੇ ਜੇ ਅਸੀਂ ਗੁਰੂ ਦਾ ਉਪਦੇਸ਼ ਸੁਣ ਕੇ ਉਸ ਉੱਤੇ ਅਮਲ ਕਰਾਂਗੇ। ਤੀਰਥ ਨਾਵਾਂ
ਜੇ ਤਿਸ ਭਾਵਾਂ ਵਿਣ ਪਾਣੇ ਕੀ ਨਾਏ ਕਰੀ। ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੀ ਮਿਲੈ ਲਈ। ਸ਼ਬਦਾਰਥ ਤੀਰਥ ਯਾਨੀ ਤੀਰਥ ਉੱਤੇ ਨਹਾਵਾਂ ਯਾਨੀ ਇਸ਼ਨਾਨ ਕਰਾਂ। ਵਿਣ ਭਾਣੇ ਯਾਨੀ ਰੱਬ ਨੂੰ ਚੰਗਾ ਲੱਗਣ ਤੋਂ ਬਿਨਾਂ। ਕੇ ਨਹਾਏ ਕਰੀ ਯਾਨੀ ਨਹਾ ਕੇ ਮੈਂ ਕੀ ਕਰਾਂ। ਸਿਰਠ ਯਾਨੀ ਸ੍ਰਿਸ਼ਟੀ। ਉਪਾਈ ਯਾਨੀ ਪੈਦਾ ਕੀਤੀ ਹੋਈ। ਵਿਣ ਕਰਮਾ ਯਾਨੀ ਪ੍ਰਭੂ ਦੀ ਮਿਹਰ ਤੋਂ ਬਿਨਾਂ। ਕੀ ਮਿਲੈ ਯਾਨੀ ਕੀ ਮਿਲਦਾ ਹੈ। ਕੀ ਲਈ ਯਾਨੀ ਕੋਈ ਕੀ ਲੈ ਸਕਦਾ ਹੈ। ਤਾਤਪਰਯ ਇਹ ਹੈ, ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਕੋਈ ਕਰਨ ਨਾਲ ਉਸ ਪਰਮਾਤਮਾ ਨੂੰ ਖੁਸ਼ ਕਰ ਸਕਾਂ। ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰਕੇ ਕੀ ਕਰਨਾ ਹੈ। ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਵੀ ਦੁਨੀਆ ਮੈਂ ਵੇਖਦਾ ਹਾਂ, ਇਸ ਵਿੱਚ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸ਼ਬਦਾਰਥ ਮਤ ਵਿੱਚ ਯਾਨੀ ਮਨੁੱਖ ਦੀ ਬੁੱਧੀ ਦੇ ਅੰਦਰ ਹੀ। ਮਾਣਕ ਯਾਨੀ ਮੋਤੀ। ਇੱਕ ਸਿੱਖ ਯਾਨੀ ਇੱਕ ਸਿੱਖਿਆ। ਤਾਤਪਰਯ ਇਹ ਹੈ, ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ ਤਾਂ ਮਨੁੱਖ ਦੀ ਬੁੱਧੀ ਅੰਦਰ ਪਰਮਾਤਮਾ ਦੇ ਅਮੋਲਕ ਗੁਣਾ ਰੂਪੀ ਰਤਨ ਜਵਾਹਰ ਤੇ ਮੋਤੀ ਉਪਜ ਪੈਂਦੇ ਹਨ। ਤਾਂ ਤੇ ਹੇ ਸਤਿਗੁਰੂ, ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ ਮੈਨੂੰ ਇੱਕ ਸਮਝ ਦੇ, ਜਿਸ ਕਰਕੇ ਮੈਨੂੰ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕ ਅਕਾਲ ਪੁਰਖ ਨਾ ਵਿਸਰ ਜਾਏ। ਭਾਉ ਤੀਰਥਾਂ ਦੇ ਇਸ਼ਨਾਨ ਵੀ ਪ੍ਰਭੂ ਦੀ ਪ੍ਰਸ਼ੰਸਾ ਤੇ ਪ੍ਰਾਪਤੀ ਦਾ ਵਸੀਲਾ ਨਹੀਂ। ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਹੀ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।